Hello students, today we are going to discuss with you class 10th topic plant nutrition ਜਿਹਨੂੰ ਕਿ ਆਪਾਂ ਪੰਜਾਬੀ ਵਿੱਚ ਫਸਲੀ ਪੌਸ਼ਟਿਕ ਤੱਤ ਬੋਲਦੇ ਹਾਂ। ਇਹ ਜਮਾਤ 10ਵੀਂ ਦੀ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਦੀ ਕਿਤਾਬ ਵਿਸ਼ਾ ਖੇਤੀਬਾੜੀ ਕੋਰਸ NSQF ਲੈਵਲ 2 ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਮੈਂ ਤੁਹਾਨੂੰ ਫਸਲਾਂ ਦੇ ਪੌਸ਼ਟਿਕ ਤੱਤਾਂ ਬਾਰੇ ਕੁਝ ਮੁੱਢਲੀ ਜਾਣਕਾਰੀ ਦੇਵਾਂਗਾ ਜੋ ਕਿ ਤੁਹਾਡੇ ਲਈ ਬਹੁਤ ਸਹਾਇਕ ਹੋਵੇਗੀ। ਇਸ ਲਈ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਪੂਰੀ ਹੋਣ ਤੱਕ ਜ਼ਰੂਰ ਸੁਣੋ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕੋਈ ਵੀ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਉਸ ਦੀ ਭੂਮਿਕਾ ਜੋ ਕਿ ਇੰਟਰੋਡਕਸ਼ਨ ਕਿਹਾ ਜਾਂਦਾ ਹੈ ਉਸ ਬਾਰੇ ਦੱਸਣਾ ਜ਼ਰੂਰੀ ਹੁੰਦਾ ਹੈ। ਪੌਦੇ ਦੇ ਖੁਰਾਕੀ ਤੱਤ ਜਾਂ ਪੌਸ਼ਟਿਕ ਤੱਤ ਪੌਦੇ ਲਈ ਕਿਉਂ ਜ਼ਰੂਰੀ ਹੁੰਦੇ ਹਨ, ਇਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਨਾਂ ਬਾਰੇ ਚਾਨਣਾ ਪਾਵਾਂਗਾ ਅਤੇ ਜੋ ਮੁੱਖ ਪੌਸ਼ਟਿਕ ਤੱਤ ਹਨ ਉਹਨਾਂ ਦੀ ਨਾਂ ਅਤੇ ਜਾਣਕਾਰੀ ਮੁੱਢਲੀ ਤੌਰ 'ਤੇ ਦੇਵਾਂਗਾ। ਦੇਖੋ, ਹਰ ਇੱਕ ਚੀਜ਼ ਨੂੰ ਜਾਂ ਪ੍ਰਾਣੀ ਨੂੰ ਜੀਵਨ ਦੇ ਵਿੱਚ ਜਿਉਣ ਦੇ ਲਈ ਖੁਰਾਕ ਦੀ ਲੋੜ ਹੁੰਦੀ ਹੈ, ਜਿਵੇਂ ਕਿ ਮਨੁੱਖ ਨੂੰ ਅਤੇ ਸਾਰੇ ਜਿੰਨੇ ਵੀ ਨਿਰਜੀਵ ਵਸਤੂਆਂ ਹਨ ਉਹਨਾਂ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਖੁਰਾਕ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਸੇ ਤਰ੍ਹਾਂ ਪੌਦਿਆਂ ਨੂੰ ਵੀ ਬਹੁਤ ਲੋੜ ਹੁੰਦੀ ਹੈ। ਪਰ ਆਪਾਂ ਗੱਲ ਕਰਦੇ ਹਾਂ ਫਸਲਾਂ ਦੀ। ਫਸਲਾਂ ਆਪਾਂ ਆਪਣੇ ਪ੍ਰੋਫਿਟ ਲਈ ਜਾਂ ਆਪਣੇ ਵਿਵਸਾਏ ਦੇ ਲਈ ਉਹਨਾਂ ਦੀ ਖੇਤੀ ਕਰਕੇ ਉਹਨਾਂ ਤੋਂ ਮੁਨਾਫਾ ਲੈਣਾ ਹੁੰਦਾ ਹੈ। ਇਸ ਲਈ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ ਕਿ ਪੌਦਿਆਂ ਨੂੰ ਖੁਰਾਕੀ ਪਦਾਰਥਾਂ ਦੀ ਲੋੜ ਕਿਉਂ ਹੁੰਦੀ ਹੈ। ਪੌਦੇ ਨੂੰ ਖੁਰਾਕੀ ਪਦਾਰਥ ਮਿੱਟੀ ਦੇ ਵਿੱਚੋਂ ਜਾਂ ਭੂਮੀ ਦੇ ਵਿੱਚੋਂ ਆਮ ਤੌਰ 'ਤੇ ਮਿਲ ਹੀ ਜਾਂਦੇ ਹਨ, ਪਰ ਫਸਲਾਂ ਦਾ ਵਧੀਆ ਅਤੇ ਜ਼ਿਆਦਾ ਝਾੜ ਲੈਣ ਦੇ ਲਈ ਸਾਨੂੰ ਉਹਨਾਂ ਪੌਦਿਆਂ ਨੂੰ ਪੂਰੀ ਮਾਤਰਾ ਦੇ ਵਿੱਚ ਖਣਿਜ ਪਦਾਰਥ, ਪੌਸ਼ਟਿਕ ਤੱਤ ਜਿਹੜੇ ਕਿ ਜ਼ਰੂਰੀ ਹੁੰਦੇ ਹਨ ਉਹਨਾਂ ਨੂੰ ਦੇਣ ਦੀ ਲੋੜ ਹੁੰਦੀ ਹੈ। ਠੀਕ ਹੈ, ਜਿਵੇਂ ਕਿ ਪਹਿਲਾਂ ਇਸ ਵਿੱਚ ਲਿਖਿਆ ਗਿਆ ਹੈ, ਪੌਦੇ ਦੇ ਖੁਰਾਕ ਪੂਰਤੀ ਇੱਕ ਅਜਿਹਾ ਸ਼ਬਦ ਹੈ ਜਿਹੜੇ ਕਿ ਧਰਤੀ ਵਿਚਲੇ ਖਣਿਜਾਂ ਦੇ ਅੰਤਰ ਸੰਬੰਧੀ ਬਾਰੇ ਦੱਸਦਾ ਜਾਂ ਵਿਚਾਰ ਕਰਨਾ ਹੈ। ਇਹਨਾਂ ਦਾ ਪੌਦੇ ਦੇ ਵਿਕਾਸ ਵਿੱਚ ਕੀ ਰੋਲ ਹੈ ਇਹ ਵੀ ਨਿਸ਼ਚਿਤ ਕਰਦਾ ਹੈ। ਜੜ੍ਹਾਂ ਖਣਿਜਾਂ ਨੂੰ ਧਰਤੀ ਵਿਚਲੇ ਪਾਣੀ ਰਾਹੀਂ ਪੌਸ਼ਟਿਕ ਤੱਤਾਂ ਦੇ ਰੂਪ ਵਿੱਚ ਲੈਂਦੀਆਂ ਹਨ। ਹੁਣ ਜਿਹੜੇ ਮੁੱਖ ਪੌਸ਼ਟਿਕ ਤੱਤ ਹਨ ਉਹਨਾਂ ਦੇ ਨਾਂ ਇਸ ਤਰ੍ਹਾਂ ਹਨ ਜੋ ਪੌਦੇ ਦੇ ਵਾਧੇ ਲਈ ਜ਼ਰੂਰੀ ਹਨ। ਕਾਰਬਨ, ਹਾਈਡਰੋਜਨ, ਆਕਸੀਜਨ ਜੋ ਕਿ ਸਾਨੂੰ ਪਾਣੀ ਅਤੇ ਹਵਾ ਤੋਂ ਮਿਲਦੇ ਹਨ। ਪਰ ਜੋ ਰਹਿੰਦੇ ਪੌਸ਼ਟਿਕ ਤੱਤ ਹਨ ਉਹ ਹਨ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਨਾਈਟ੍ਰੋਜਨ, ਮੈਗਨੀਸ਼ੀਅਮ, ਸਲਫਰ। ਇਹ ਜੋ 6 ਤੱਤ ਹਨ ਇਹ ਪੌਦਿਆਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਚਾਹੀਦੇ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਮੈਕਰੋ ਨਿਊਟ੍ਰੀਐਂਟਸ ਵੀ ਕਹਿੰਦੇ ਹਾਂ। ਮਤਲਬ ਕਿ ਜੋ ਜ਼ਿਆਦਾ ਮਾਤਰਾ ਵਿੱਚ ਚਾਹੀਦੇ ਹੋਣ ਉਹਨਾਂ ਨੂੰ ਮੈਕਰੋ ਜਾਂ ਬਹੁਮਾਤਰੀ ਪੌਸ਼ਟਿਕ ਤੱਤ ਕਿਹਾ ਜਾਂਦਾ ਹੈ। ਪੌਦਿਆਂ ਦੇ ਵਿੱਚ ਬਹੁਮਾਤਰੀ ਅਤੇ ਘੱਟ ਮਾਤਰੀ ਦੋ ਤਰ੍ਹਾਂ ਦੇ ਤੱਤ ਹੁੰਦੇ ਹਨ। ਪਹਿਲੇ ਕਿ ਪੌਦਿਆਂ ਨੂੰ ਜ਼ਰੂਰੀ ਪੌਸ਼ਟਿਕ ਤੱਤ ਕਿਹੜੇ ਹਨ ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਬਹੁਮਾਤਰੀ ਜਾਂ ਪੌਸ਼ਟਿਕ ਤੱਤ ਹਨ ਕਾਰਬਨ, ਹਾਈਡਰੋਜਨ, ਨਾਈਟ੍ਰੋਜਨ, ਫਾਸਫੋਰਸ। ਇਹ ਜੋ 6 ਮੁੱਢਲੇ ਪੌਸ਼ਟਿਕ ਤੱਤ ਹਨ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਤਾਂ ਪੌਦਿਆਂ ਨੂੰ ਹਵਾ ਅਤੇ ਪਾਣੀ ਤੋਂ ਮਿਲ ਜਾਂਦੇ ਹਨ। ਨਾਈਟ੍ਰੋਜਨ
ਫਾਸਫੋਰਸ ਅਤੇ ਪੋਟਾਸ਼, ਜੋ ਕਿ ਪੌਦਿਆਂ ਨੂੰ ਸਾਨੂੰ ਬਣਾਉਟੀ ਖਾਦਾਂ ਜਾਂ ਫਿਰ ਜੈਵਿਕ ਖਾਦਾਂ ਦੇ ਰੂਪ ਵਿੱਚ ਪਾਉਣੇ ਜ਼ਰੂਰੀ ਹੁੰਦੇ ਹਨ। ਇਹ ਜੋ ਤਿੰਨ ਤੱਤ ਹਨ, ਇਹ ਪ੍ਰਮੁੱਖ ਤੱਤ ਹਨ: ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਇਹਨਾਂ ਦੀ ਘਾਟ ਤੋਂ ਬਿਨਾਂ ਪੌਦੇ ਆਪਣਾ ਜੀਵਨ ਚੱਕਰ ਨਹੀਂ ਪੂਰਾ ਕਰ ਸਕਦੇ। ਇਸ ਦੇ ਵਿੱਚ ਹੀ ਬਹੁਮਾਤਰੀ ਪੌਸ਼ਟਿਕ ਤੱਤਾਂ ਦੇ ਵਿੱਚ ਹੀ ਪਹਿਲੇ ਪੱਧਰ ਤੇ ਹਨ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਪੋਟਾਸ਼ੀਅਮ। ਜੋ ਕਿ ਦੂਜੇ ਪੱਧਰ ਤੇ ਪੌਸ਼ਟਿਕ ਤੱਤ ਹਨ, ਉਹ ਹਨ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸਲਫਰ। ਇਹਨਾਂ ਨੂੰ ਦੂਜੇ ਪੱਧਰ ਦੇ ਪੌਸ਼ਟਿਕ ਤੱਤ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਉਸ ਸਮੇਂ ਲੋੜ ਪੈਂਦੀ ਹੈ, ਜੋ ਕਿ ਲਿਖਿਆ ਵੀ ਹੋਇਆ ਹੈ, ਜੋ ਕਿ ਪੌਦੇ ਦੇ ਉੱਗਣ ਲੱਗਦੇ ਹਨ ਜਾਂ ਕੁਝ ਦੇਰ ਬਾਅਦ ਉੱਗਣ ਵਾਲੇ ਹੁੰਦੇ ਹੋਣ, ਉਸ ਸਮੇਂ ਇਹਨਾਂ ਤੱਤਾਂ ਦੀ, ਤਿੰਨਾਂ ਤੱਤਾਂ ਦੀ ਲੋੜ ਪੈਂਦੀ ਹੈ। ਦੂਜੇ ਪਾਸੇ ਸਾਡੇ ਕੋਲ ਘੱਟ ਮਾਤਰੀ ਜਾਂ ਲਘੂ ਪੌਸ਼ਟਿਕ ਤੱਤ ਹੁੰਦੇ ਹਨ, ਜੋ ਕਿ ਬਹੁਤ ਘੱਟ ਮਾਤਰਾ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਮਾਈਕਰੋ ਨਿਊਟ੍ਰੀਐਂਟਸ ਵੀ ਕਹਿੰਦੇ ਹਾਂ। ਇਹਨਾਂ ਦੀ ਲੋੜ ਬਹੁਤ ਘੱਟ ਮਾਤਰਾ ਵਿੱਚ ਪੌਦਿਆਂ ਨੂੰ ਪੈਂਦੀ ਹੈ। ਜਿਹੜੇ ਪਹਿਲੇ ਤੱਤ ਦੱਸੇ ਗਏ ਹਨ, ਉਹਨਾਂ ਨਾਲੋਂ ਇਹਨਾਂ ਦੀ ਲੋੜ ਬਹੁਤ ਘੱਟ ਮਾਤਰਾ ਵਿੱਚ ਪੈਂਦੀ ਹੈ। ਜਿਵੇਂ ਕਿ ਲੋਹਾ, ਜਿਸਤ, ਜਿਸ ਨੂੰ ਆਪਾਂ ਜ਼ਿੰਕ ਕਹਿੰਦੇ ਹਨ, ਤਾਂਬਾ, ਮੈਂਗਨੀਜ਼, ਬੋਰੋਨ, ਮੋਲੀਬਡੇਨਮ, ਕਲੋਰੀਨ ਆਦਿ ਸ਼ਾਮਲ ਹਨ। ਇਹਨਾਂ ਮਾਈਕਰੋ ਤੱਤਾਂ ਦੇ ਵਿੱਚ ਜਾਂ ਘੱਟ ਮਾਤਰੀ ਤੱਤਾਂ ਦੇ ਵਿੱਚ ਇੱਕ ਹੋਰ ਨਵਾਂ ਤੱਤ ਸ਼ਾਮਲ ਹੋਇਆ ਹੈ, ਜੋ ਵਿਗਿਆਨਿਕਾਂ ਨੇ ਲੱਭਿਆ ਹੈ, ਜਿਸ ਨੂੰ ਆਪਾਂ ਨਿਕਲ ਕਹਿੰਦੇ ਹਾਂ। ਠੀਕ ਹੈ, ਇਹ ਇੱਕ ਨਵਾਂ ਤੱਤ ਪੌਦਿਆਂ ਦੇ ਵਿੱਚ ਸ਼ਾਮਿਲ ਹੋਇਆ ਹੈ। ਨਿਕਲ, ਸਿਲੀਕੌਨ, ਮੋਲੀਬਡੇਨਮ ਤਾਂ ਪਹਿਲਾਂ ਹੀ ਹੈ, ਇੱਕ ਦੋ ਤੱਤ ਇਹ ਹੋਰ ਸ਼ਾਮਿਲ ਹੋਏ ਹਨ। ਹਾਂ, ਹੁਣ ਆਪਾਂ ਪੜ੍ਹਾਂਗੇ ਪੌਸ਼ਟਿਕ ਤੱਤਾਂ ਦੇ ਕੰਮ। ਇਹ ਜੋ ਤੱਤ ਹਨ, ਇਹਨਾਂ ਦੇ ਕਿਹੜੇ-ਕਿਹੜੇ ਕੰਮ ਹਨ। ਸਭ ਤੋਂ ਪਹਿਲਾਂ ਅਸੀਂ ਬਹੁਮਾਤਰੀ ਪੌਸ਼ਟਿਕ ਤੱਤਾਂ ਦੇ ਕੰਮਾਂ ਬਾਰੇ, ਉਹਨਾਂ ਦੀ ਘਾਟ ਦੇ ਬਾਰੇ ਜੋ ਚਿੰਨ੍ਹ ਹੋਣਗੇ, ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ, ਬਹੁਮਾਤਰੀ ਪੌਸ਼ਟਿਕ ਤੱਤਾਂ ਦੇ ਵਿੱਚੋਂ ਜਿਹੜੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਮੇਨ ਹਨ। ਜਿਹੜੇ ਪਹਿਲੇ ਤਿੰਨ ਦੱਸੇ ਗਏ ਸਨ, ਕਾਰਬਨ, ਹਾਈਡਰੋਜਨ, ਆਕਸੀਜਨ, ਇਹ ਸਾਰੇ ਪਾਣੀ ਤੇ ਹਵਾ ਤੋਂ ਮਿਲਦੇ ਹਨ। ਕਾਰਬਨ ਹਵਾ ਤੋਂ ਮਿਲਦੀ ਹੈ, ਹਾਈਡਰੋਜਨ ਪਾਣੀ ਤੋਂ ਮਿਲਦਾ ਹੈ, ਆਕਸੀਜਨ ਵੀ ਹਵਾ ਤੋਂ ਅਤੇ ਜੜ੍ਹਾਂ ਰਾਹੀਂ ਪੌਦੇ ਲੈ ਲੈਂਦੇ ਹਨ। ਪਰ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼, ਬਾਕੀ ਸਾਰੇ ਜਿੰਨੇ ਵੀ ਤੱਤ ਹਨ, ਸਾਨੂੰ ਖੁਦ ਉਹਨਾਂ ਨੂੰ ਆਪ ਪਾਉਣਾ, ਬਣਾਉਟੀ ਖਾਦਾਂ ਦੇ ਰੂਪ ਵਿੱਚ ਜਾਂ ਜੈਵਿਕ ਖਾਦਾਂ ਦੇ ਰੂਪ ਵਿੱਚ ਪਾਉਣੇ ਪੈਂਦੇ ਹਨ। ਨਾਈਟ੍ਰੋਜਨ ਦੇ ਕੰਮ ਦੇਖੋ। ਨਾਈਟ੍ਰੋਜਨ ਵੱਡੀ ਮਾਤਰਾ ਵਿੱਚ ਪ੍ਰੋਟੀਨ, ਹਾਰਮੋਨ, ਵਿਟਾਮਿਨ ਅਤੇ ਐਂਜ਼ਾਈਮ ਹੁੰਦੇ ਹਨ। ਨਾਈਟ੍ਰੋਜਨ ਦਾ ਮੁੱਖ ਕੰਮ ਹੈ ਪੌਦਿਆਂ ਨੂੰ ਹਰਾ ਰੰਗ, ਗ੍ਰੀਨ ਰੰਗ, ਮਤਲਬ ਕਿ ਜੋ ਉਹਨਾਂ ਦੇ ਵਿੱਚ ਹਰਾ ਰੰਗ ਹੁੰਦਾ ਹੈ, ਉਹ ਇਸ ਦੇ ਹੀ ਪ੍ਰਮੁੱਖ ਲੱਛਣ ਹੁੰਦੇ ਹਨ ਨਾਈਟ੍ਰੋਜਨ। ਜੇਕਰ ਨਾਈਟ੍ਰੋਜਨ ਦੀ ਘਾਟ ਹੋ ਜਾਵੇ ਪੌਦਿਆਂ ਦੇ ਵਿੱਚ, ਤਾਂ ਪੌਦਿਆਂ ਦਾ ਰੰਗ, ਪੌਦੇ ਸਾਰੇ ਪੱਤੇ, ਉਹਨਾਂ ਦਾ ਰੰਗ ਜੋ ਹੈ ਪੀਲੇ ਰੰਗ ਦਾ ਹੋਣ ਲੱਗ ਪਏਗਾ। ਜੋ ਹਰਾ ਰੰਗ ਹੈ ਉਹ ਘਟ ਜਾਏਗਾ, ਪੀਲੇ ਰੰਗ ਦਾ ਜ਼ਿਆਦਾ ਹੋ ਜਾਏਗਾ। ਅਗਲਾ ਤੱਤ ਹੈ ਫਾਸਫੋਰਸ। ਫਾਸਫੋਰਸ ਕੀ ਕਰਦਾ ਹੈ? ਫਾਸਫੋਰਸ ਪੌਦੇ ਦੀ ਪ੍ਰਜਨਨ ਕਿਰਿਆ ਜਾਂ ਪੌਦੇ ਦੀ ਗਰੋਥ ਦੇ ਵਿੱਚ ਸਹਾਇਕ ਹੁੰਦਾ ਹੈ, ਪ੍ਰਕਾਸ਼ ਸੰਸਲੇਸ਼ਨ ਲਈ ਸਹਾਇਕ ਹੁੰਦਾ ਹੈ। ਬਹੁਤ ਤਰ੍ਹਾਂ ਦੇ ਪ੍ਰੋਟੀਨ ਬਣਦੇ ਹਨ ਪੌਦਿਆਂ ਦੇ ਵਿੱਚ, ਉਹਨਾਂ ਵਾਸਤੇ ਸਹਾਇਕ ਹੁੰਦਾ ਹੈ। ਜੋ ਵੀ ਪੌਦਿਆਂ ਦੇ ਵਿੱਚ ਫਲ ਅਤੇ ਫੁੱਲਾਂ ਦੀ ਉਤਪਤੀ ਹੁੰਦੀ ਹੈ, ਉਸ ਦਾ ਜ਼ਿੰਮੇਵਾਰ ਫਾਸਫੋਰਸ ਤੱਤ ਹੁੰਦਾ ਹੈ। ਇਸ ਦੀ ਘਾਟ ਦੇ ਚਿੰਨ੍ਹ ਹਨ ਕਿ ਪੌਦਿਆਂ ਦੇ ਉੱਪਰ ਜਾਮਣੀ ਜਾਂ ਕਹਿ ਦਈਏ ਬੈਂਗਣੀ ਰੰਗ ਦੇ ਧੱਬੇ ਆਉਣ ਲੱਗ ਪੈਂਦੇ ਹਨ। ਪੋਟਾਸ਼ੀਅਮ, ਪੋਟਾਸ਼ੀਅਮ ਵੀ ਪੌਦਿਆਂ ਦੇ ਲਈ ਬਹੁਤ ਜ਼ਰੂਰੀ ਹੈ। ਇਸ ਦਾ ਕੰਮ ਪੌਦਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ, ਉਸ ਨੂੰ ਪਾਣੀ ਤੋਂ ਬਚਾਉਣ ਦੇ ਲਈ, ਜਿਵੇਂ ਕਿ ਸੇਮ ਵਾਲੇ ਇਲਾਕਿਆਂ ਦੇ ਵਿੱਚ ਵਾਟਰ ਲੌਗਿੰਗ ਜਿੱਥੇ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਇਲਾਕੇ ਦੇ ਵਿੱਚ ਪੋਟਾਸ਼ੀਅਮ ਜਿਹੜਾ ਆ ਉਹ ਬਹੁਤ ਜ਼ਿਆਦਾ ਤੱਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਪੌਦੇ ਨੂੰ ਤਾਕਤ ਦਿੰਦਾ ਹੈ, ਪੌਦਿਆਂ ਨੂੰ
ਸਿੱਧਾ ਖੜਾ ਰਹਿਣ ਦੇ ਵਿੱਚ ਸਹਾਇਕ ਹੁੰਦਾ ਹੈ। ਦੂਜੇ ਨੰਬਰ ਤੇ ਪੋਟਾਸ਼ੀਅਮ ਜਿਹੜਾ ਹੈ ਇਹ ਪੌਦੇ ਦੇ ਵਿੱਚ ਫਲਾਂ ਅਤੇ ਫੁੱਲਾਂ ਦੀ ਕੁਆਲਿਟੀ ਨੂੰ ਵਧੀਆ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹਦੇ ਵਿੱਚ ਲਿਖਿਆ ਵੀ ਹੋਇਆ ਹੈ ਕਿ ਇਹ ਗਰਮੀ, ਕੋਰਾ ਅਤੇ ਹੋਰ ਬਿਮਾਰੀਆਂ ਤੋਂ ਪੌਦੇ ਨੂੰ ਬਚਾਉਂਦਾ ਹੈ। ਸਲਫਰ ਇੱਕ ਅਮਾਈਨੋ ਐਸਿਡ ਹੈ। ਪ੍ਰੋਟੀਨ, ਐਂਜ਼ਾਈਮ, ਵਿਟਾਮਿਨ ਦਾ ਮਿਸ਼ਰਣ ਹੈ। ਕਲੋਰੋਫਿਲ ਬਣਾਉਣ ਦੇ ਲਈ ਜ਼ਰੂਰੀ ਹੁੰਦਾ ਹੈ। ਇਸ ਦੀ ਲੋੜ ਨਾਈਟ੍ਰੋਜਨ ਨੂੰ ਸਹਾਇਤਾ ਦੇਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਨਾਈਟ੍ਰੋਜਨ ਪ੍ਰੋਟੀਨ ਬਣਾਉਂਦੀ ਹੈ। ਜੋ ਨਾਈਟ੍ਰੋਜਨ ਨੂੰ ਐਨਰਜੀ ਜਾਂ ਤਾਕਤ ਚਾਹੀਦੀ ਹੁੰਦੀ ਹੈ ਉਹ ਸਲਫਰ ਤੋਂ ਪ੍ਰਾਪਤ ਹੁੰਦੀ ਹੈ। ਮੈਗਨੀਸ਼ੀਅਮ ਜੋ ਹੈ ਉਹ ਸੈੱਲ ਵਾਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਣੂ ਦਾ ਗੰਭੀਰ ਮਿਸ਼ਰਣ ਹੈ। ਇਹ ਪੌਦਿਆਂ ਦੇ ਐਂਜ਼ਾਈਮ ਨੂੰ ਬਣਾਉਂਦਾ ਹੈ ਤੇ ਪੌਦਿਆਂ ਦੇ ਵਿੱਚ ਜਿਹੜੀਆਂ ਕੰਧਾਂ ਹੁੰਦੀਆਂ ਹਨ, ਸੈੱਲਜ਼ ਹੁੰਦੇ ਹਨ, ਉਹਨਾਂ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਕੈਲਸ਼ੀਅਮ ਸੈੱਲਾਂ ਅਤੇ ਕੰਧਾਂ ਦੀ ਫੈਲਣ ਅਤੇ ਰੈਗੂਲੇਟ ਜਾਂ ਨਿਯਮਤ ਜਾਂ ਨਿਯੰਤਰਿਤ ਕਰਦਾ ਹੈ। ਸੈੱਲਾਂ ਵਿੱਚ ਪਾਣੀ ਦੀ ਹਿਲਜੁਲ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੈੱਲਾਂ ਦੇ ਵਾਧੇ ਦੇ ਵੰਡ ਲਈ ਜ਼ਰੂਰੀ ਹੈ। ਇਹ ਸਾਰੇ ਤੱਤ ਹਨ ਜੋ ਕਿ ਬਹੁਮਾਤਰੀ ਪੌਸ਼ਟਿਕ ਤੱਤ ਹਨ। ਹੁਣ ਲਘੂ ਪੌਸ਼ਟਿਕ ਤੱਤ ਜਾਂ ਘੱਟ ਮਾਤਰੀ ਪੌਸ਼ਟਿਕ ਤੱਤ, ਉਹਨਾਂ ਬਾਰੇ ਆਪਾਂ ਵਿਸਥਾਰ ਵਿੱਚ ਪੜ੍ਹਾਂਗੇ ਜਾਂ ਉਹਨਾਂ ਬਾਰੇ ਮੁੱਢਲੀ ਜਾਣਕਾਰੀ ਲਵਾਂਗੇ। ਲੋਹਾ ਜੋ ਹੈ ਬਹੁਤ ਸਾਰੇ ਐਂਜ਼ਾਈਮ ਦੀ ਕਿਰਿਆ ਲਈ ਲੋੜੀਂਦਾ ਹੈ। ਕਲੋਰੋਫਿਲ ਸੰਸਲੇਸ਼ਨ ਲਈ ਵੀ ਜ਼ਰੂਰੀ ਹੈ। ਇਹ ਪੌਦਿਆਂ ਦੇ ਨਵੇਂ ਉੱਗਣ ਵਾਲੇ ਹਿੱਸਿਆਂ ਲਈ ਜ਼ਰੂਰੀ ਹੁੰਦਾ ਹੈ। ਲੋਹੇ ਦੀ ਘਾਟ ਦੇ ਨਾਲ ਪੌਦੇ ਦੇ ਨਵੇਂ ਅਤੇ ਪੁਰਾਣੇ ਪੱਤਿਆਂ ਤੇ ਡੈੱਡ ਸਪੌਟਸ, ਜਿਹਨੂੰ ਆਪਾਂ ਕਹਿੰਦੇ ਹਾਂ ਭੂਰੇ ਜਾਂ ਕਾਲੇ ਰੰਗ ਦੇ ਧੱਬੇ ਆਉਣ ਲੱਗ ਪੈਂਦੇ ਹਨ। ਮੈਗਨੀਜ਼ ਇਹ ਐਂਜ਼ਾਈਮ ਦੀਆਂ ਕਿਰਿਆਵਾਂ ਵਿੱਚ ਲੋੜੀਂਦਾ ਹੁੰਦਾ ਹੈ ਜੋ ਪ੍ਰਕਾਸ਼ ਸੰਸਲੇਸ਼ਨ, ਸਾਹ ਅਤੇ ਨਾਈਟ੍ਰੋਜਨ ਉਪਪਾਚਨ ਲਈ ਜ਼ਰੂਰੀ ਹੁੰਦੇ ਹਨ। ਬੋਰੋਨ ਇੱਕ ਬਹੁਤ ਮਹੱਤਵਪੂਰਨ ਤੱਤ ਹੈ ਜੋ ਕਿ ਬਹੁਤ ਘੱਟ ਮਾਤਰੀ ਪੌਸ਼ਟਿਕ ਤੱਤਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਭੂਮਿਕਾ ਨਿਭਾਉਂਦਾ ਹੈ। ਬੋਰੋਨ ਦੀ ਘਾਟ ਦੇ ਨਾਲ ਪੌਦਿਆਂ ਦੇ ਵਿੱਚ ਦਾਣੇ ਨਹੀਂ ਬਣਦੇ। ਬੋਰੋਨ ਹੀ ਹੈ ਜੋ ਪੌਦਿਆਂ ਦੇ ਵਿੱਚ ਪ੍ਰਜਨਨ ਕਿਰਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਦਾਣਿਆਂ ਜਾਂ ਫੁੱਲਾਂ ਨੂੰ ਬਣਨ ਦੇ ਵਿੱਚ ਸਹਾਇਕ ਹੁੰਦਾ ਹੈ। ਇਹ ਕੁਝ ਤੱਤਾਂ ਦੇ ਚਿੰਨ੍ਹ ਹਨ ਜੋ ਕਿ ਦਰਸਾਏ ਗਏ ਹਨ। ਜਿਵੇਂ ਕਿ ਮੈਂ ਦੱਸਿਆ ਸੀ ਪਹਿਲਾਂ ਵੀ ਨਾਈਟ੍ਰੋਜਨ ਦੀ ਘਾਟ ਦੇ ਨਾਲ ਪੌਦਿਆਂ ਦੇ ਵਿੱਚ ਪੀਲੇ ਰੰਗ ਦੇ ਧੱਬੇ ਆਉਣ ਲੱਗ ਪੈਂਦੇ ਹਨ, ਜੋ ਕਿ ਦੇਖੋ ਕਣਕ ਦੀ ਫਸਲ ਦੇ ਵਿੱਚ ਪੀਲੇ ਰੰਗ ਦੇ ਧੱਬੇ ਆਏ ਹਨ ਨਾਈਟ੍ਰੋਜਨ ਦੀ ਘਾਟ ਦੇ ਨਾਲ। ਨਾਈਟ੍ਰੋਜਨ ਦੀ ਘਾਟ ਦੇ ਨਾਲ ਪੀਲੇ ਰੰਗ ਦਾ ਧੱਬਾ ਵੈਨ ਵਾਲੀ ਸ਼ਕਲ ਦੇ ਵਿੱਚ ਆਉਂਦਾ ਹੈ। ਫਾਸਫੋਰਸ ਦੇਖੋ ਝੋਨੇ ਦੇ ਵਿੱਚ ਫਾਸਫੋਰਸ ਦੇ ਧੱਬੇ ਪਰਪਲ ਕਲਰ ਜਾਂ ਜਾਮਣੀ ਕਲਰ ਦੇ ਵਿੱਚ ਪੱਤਿਆਂ ਦੇ ਜਿਹੜੇ ਕਿ ਪੁਰਾਣੇ ਪੱਤੇ ਹੁੰਦੇ ਹਨ ਉਹਨਾਂ ਦੇ ਵਿੱਚ ਦਿਖਾਈ ਦੇ ਰਹੇ ਹਨ। ਫਾਸਫੋਰਸ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ ਤੇ ਆਉਂਦੀਆਂ ਹਨ, ਇਹ ਨਵੇਂ ਪੱਤਿਆਂ ਤੇ ਨਹੀਂ ਆਉਂਦੀਆਂ। ਅੱਗੇ ਹੈ ਪੋਟਾਸ਼ੀਅਮ। ਮੱਕੀ ਦੇ ਵਿੱਚ ਪੋਟਾਸ਼ੀਅਮ ਦਾ ਦੇਖੋ ਕਿਵੇਂ ਹਮਲਾ ਹੋਇਆ ਹੈ। ਪੋਟਾਸ਼ੀਅਮ ਦਾ ਇੱਕ ਬਹੁਤ ਹੀ ਵਧੀਆ ਚਿੰਨ੍ਹ ਹੈ ਕਿ ਇਹ ਪੱਤੇ ਨੂੰ ਸਾਈਡਾਂ ਤੋਂ ਪ੍ਰਭਾਵਿਤ ਕਰਦਾ ਹੈ। ਸਭ ਤੋਂ ਪਹਿਲਾਂ ਦੇਖੋ ਕਿ ਸਾਈਡਾਂ ਹਨ ਜੋ ਪੱਤੇ ਦੀਆਂ ਉਹ ਭੂਰੇ ਰੰਗ ਦੀਆਂ ਹੋ ਗਈਆਂ ਹਨ। ਸਭ ਤੋਂ ਪਹਿਲਾਂ ਪੱਤੇ ਦੀਆਂ ਸਾਈਡਾਂ ਪ੍ਰਭਾਵਿਤ ਹੁੰਦੀਆਂ ਹਨ, ਬਾਅਦ ਵਿੱਚ ਪੱਤੇ ਦੇ ਵਿੱਚ ਇੰਟਰਵੇਨਲ ਕਲੋਰੋਸਿਸ ਜਾਂ ਡੈੱਡ ਸਪੌਟਸ ਆਉਣ ਲੱਗ ਪੈਂਦੇ ਹਨ। ਇਹ ਪੋਟਾਸ਼ੀਅਮ ਦੀ ਚਿੰਨ੍ਹ ਦੇ ਮੁੱਖ ਨਿਸ਼ਾਨੀਆਂ ਹਨ ਜੋ ਕਿ ਪੁਰਾਣੇ ਪੱਤਿਆਂ ਦੇ ਉੱਤੇ ਆਉਂਦੀਆਂ ਹਨ। ਅੱਗੇ ਹੈ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਪੁਰਾਣੇ ਅਤੇ ਦੋਵੇਂ ਨਵੇਂ ਪੱਤਿਆਂ ਦੇ ਉੱਤੇ ਆਉਂਦੀਆਂ ਹਨ। ਇਸ ਦੇ ਵਿੱਚ ਜ਼ਿੰਕ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਵੀ ਜੋ ਵੇਨਸ, ਜਿਹੜੀਆਂ ਵਿੱਚ ਨਾੜਾਂ ਹੁੰਦੀਆਂ ਹਨ ਪੱਤਿਆਂ ਦੇ ਵਿੱਚ, ਉਹ ਗ੍ਰੀਨ ਹੀ ਰਹਿੰਦੀਆਂ ਹਨ, ਪਰ ਇਹਦੇ ਵਿੱਚ ਡੈੱਡ ਸਪੌਟਸ ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ ਭੂਰੇ ਰੰਗ ਦੇ ਰੈਡਿਸ਼ ਕਲਰ ਦੇ ਵਿੱਚ ਦਿਖਾਈ ਦੇ ਰਹੇ ਹਨ। ਇਹ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਹਨ। ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਹਨ। ਇਹਦੇ ਨਾਲ ਇੰਟਰਵੇਨਲ
क्लोरोटिक एंड नैक्रोटिक स्पोर जो कि पत्तियां दे उत्ते आउण लग पैंदे हन। ਜਿਹੜੀਆਂ ਨਾੜਾਂ ਹੁੰਦੀਆਂ ਹਨ ਪੱਤੇ ਦੀਆਂ ਉਹਦੇ ਵਿੱਚ ਵਾਲਾ ਭਾਗ ਪੀਲਾ ਹੋਣ ਲੱਗ ਪੈਂਦਾ ਹੈ ਤੇ ਉਹਨਾਂ ਦੇ ਵਿੱਚ ਡੈਡ ਸਪੋਰਸ ਨੈਕਰੋਟਿਕ ਸਪੋਰਸ ਬਣਨ ਲੱਗ ਪੈਂਦੇ ਹਨ ਲੋਹੇ ਦੀ ਘਾਟ ਦੇ ਨਾਲ। ਹੁਣ ਥੋੜਾ ਲਘੂ ਮਾਤਰੀ ਪੌਸ਼ਟਿਕ ਤੱਤਾਂ ਦੇ ਘਾਟ ਦੇ ਚਿੰਨ੍ਹ ਹਨ, ਜਿਵੇਂ ਕਿ ਜ਼ਿੰਕ ਹੋ ਗਿਆ, ਜ਼ਿੰਕ ਦਾ ਪਹਿਲਾਂ ਦੱਸ ਚੁੱਕਾ ਹਾਂ। ਤਾਂਬਾ ਹੋ ਗਿਆ, ਤਾਂਬਾ ਪੌਦੇ ਦੀਆਂ ਜੜ੍ਹਾਂ ਵਿੱਚ ਜਮ੍ਹਾਂ ਹੋਇਆ ਹੁੰਦਾ ਹੈ। ਇਹ ਨਾਈਟ੍ਰੋਜਨ ਉਪਪਾਚਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਇਹ ਕਈ ਐਂਜ਼ਾਈਮ ਦਾ ਜੋੜ ਹੁੰਦਾ ਹੈ। ਮੋਲੀਬਡੇਨਮ, ਮੋਲੀਬਡੇਨਮ ਇਹ ਪ੍ਰੋਟੀਨ ਅਤੇ ਅਮਾਈਨੋ ਐਸਿਡ ਦੇ ਸੰਸਲੇਸ਼ਨ ਵਿੱਚ ਸਹਾਇਕ ਹੁੰਦਾ ਹੈ। ਠੀਕ ਹੈ, ਇਹ ਬੈਕਟੀਰੀਆ ਨਾਈਟ੍ਰੋਜਨ ਨੂੰ ਸਥਿਰ ਕਰਨ ਦੀ ਪ੍ਰਵਾਨਤਾ ਨੂੰ ਵਧਾਉਂਦਾ ਹੈ। ਕਲੋਰੀਨ ਇਹ ਪਾਣੀ ਨੂੰ ਸੈੱਲਾਂ ਵਿੱਚ ਤੋਰਦੀ ਹੈ। ਇਹ ਦਬਾਅ ਵੀ ਵਧਾਉਂਦੀ ਹੈ ਤਾਂ ਕਿ ਫੈਲਾਅ ਹੋ ਸਕੇ। ਇਸ ਪ੍ਰਕਾਰ ਆਸਮੋਸਿਸ ਦੀ ਪ੍ਰਕਿਰਿਆ ਵਿੱਚ ਸਹਾਇਕ ਹੁੰਦੀ ਹੈ। ਕਲੋਰੀਨ ਸੈੱਲਾਂ ਦੇ ਵਿੱਚ ਪਾਣੀ ਨੂੰ ਤੋਰਦੀ ਹੈ। ਜਿਵੇਂ ਸਾਡੇ ਸਰੀਰ ਦੇ ਵਿੱਚ ਖੂਨ ਨਾੜੀਆਂ ਦੇ ਵਿੱਚੋਂ ਆਉਂਦਾ ਹੈ ਅਤੇ ਜਾਂਦਾ ਹੈ, ਉਸੇ ਤਰ੍ਹਾਂ ਹੀ ਪੌਦਿਆਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਨਾੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ ਜ਼ਾਇਲਮ ਤੇ ਫਲੋਇਮ ਕਹਿੰਦੇ ਹਾਂ। ਜ਼ਾਇਲਮ ਦੇ ਵਿੱਚ ਪਾਣੀ ਉੱਤੇ ਨੂੰ ਜਾਂਦਾ ਹੈ, ਫਲੋਇਮ ਦੇ ਵਿੱਚ ਪਾਣੀ ਹੇਠਾਂ ਨੂੰ ਆਉਂਦਾ ਹੈ। ਕਲੋਰੀਨ ਉਸੇ ਵਿੱਚ ਹੀ ਮਦਦ ਕਰਦੀ ਹੈ। ਹੁਣ ਅੱਗੇ ਦੱਸਿਆ ਗਿਆ ਹੈ ਕਿ ਮੁੱਖ ਫਸਲਾਂ ਵਿੱਚ ਪੌਸ਼ਟਿਕ ਤੱਤਾਂ ਦੀ ਸਿਫਾਰਸ਼ ਕਿਵੇਂ ਕਰਨੀ ਚਾਹੀਦੀ ਹੈ। ਲਗਭਗ 62% ਭੂਮੀ ਨਾਈਟ੍ਰੋਜਨ ਤੋਂ ਸੱਖਣੀ ਹੈ ਇੰਡੀਆ ਦੇ ਵਿੱਚ। ਜੇਕਰ ਲੋੜੀਂਦੇ ਪੌਸ਼ਟਿਕ ਤੱਤ ਧਰਤੀ ਵਿੱਚ ਨਹੀਂ ਦਿੱਤੇ ਜਾਂਦੇ ਤਾਂ ਪੌਦੇ ਵਿੱਚ ਘਾਟ ਦੇ ਚਿੰਨ੍ਹ ਆਉਣ ਲੱਗ ਪੈਂਦੇ ਹਨ, ਕਿਉਂਕਿ ਨਾਈਟ੍ਰੋਜਨ ਪੁਰਾਣੇ ਪੱਤਿਆਂ ਦੇ ਵਿੱਚ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਤੋਂ ਨਵੇਂ ਪੱਤਿਆਂ ਦੇ ਵਿੱਚ ਜਾਂਦੀ ਹੈ। ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ ਤੇ ਆਏਗੀ, ਬਾਅਦ ਵਿੱਚ ਨਵੇਂ ਪੱਤਿਆਂ ਤੇ। ਇਸ ਦੀ ਘਾਟ ਦੇ ਚਿੰਨ੍ਹ ਪਹਿਲਾਂ ਪੁਰਾਣੇ ਪੱਤਿਆਂ ਵਿੱਚ ਪ੍ਰਗਟ ਹੁੰਦੇ ਹਨ। ਜੋ ਪੌਦੇ ਨਾਈਟ੍ਰੋਜਨ ਦੀ ਘਾਟ ਵਿੱਚ ਹੁੰਦੇ ਹਨ ਉਹ ਘੱਟ ਵੱਧਦੇ ਫੁੱਲਦੇ ਹਨ ਅਤੇ ਇਹਨਾਂ ਨੂੰ ਘੱਟ ਫੁੱਲ ਲੱਗਦੇ ਹਨ। ਇਹਨਾਂ ਦੇ ਦਾਣੇ ਵੀ ਮੁਰਝਾਏ ਹੁੰਦੇ ਹਨ ਅਤੇ ਇਸ ਲਈ ਇਹ ਗੱਲ ਜ਼ਰੂਰੀ ਹੈ ਕਿ ਸਿਫਾਰਸ਼ ਕੀਤੀ ਹੋਈ ਪੌਸ਼ਟਿਕ ਤੱਤਾਂ ਦੀ ਖੁਰਾਕ ਪੌਦਿਆਂ ਨੂੰ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਝਾੜ ਅਤੇ ਵਧੀਆ ਕਿਸਮ ਦੇ ਦਾਣੇ ਪ੍ਰਾਪਤ ਕੀਤੇ ਜਾ ਸਕਣ। ਹੁਣ ਮੁੱਖ ਫਸਲਾਂ ਵਿੱਚ ਲੋੜੀਂਦੇ ਖੁਰਾਕੀ ਤੱਤਾਂ ਦੀ ਮਾਤਰਾ ਇਸ ਅਨੁਸਾਰ ਹੈ ਜੋ ਕਿ ਇਸ ਵਿੱਚ ਕਿਲੋਗ੍ਰਾਮ ਪਰ ਹੈਕਟੇਅਰ ਵਿੱਚ ਦਿੱਤੀ ਗਈ ਹੈ। ਮਤਲਬ ਕਿ 1 ਹੈਕਟੇਅਰ ਦੇ ਵਿੱਚ ਪੌਦਿਆਂ ਨੂੰ ਇੰਨੇ ਕਿਲੋ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਚਾਹੀਦੀ ਹੈ। ਇਸ ਫਸਲ ਦੇ ਵਿੱਚ ਅਨਾਜ ਦੇ ਵਿੱਚ ਸਿੰਜਿਆ ਦਾ ਮਤਲਬ ਹੈ ਵੀ ਆਪਾਂ ਇਹਨੂੰ ਪਾਣੀ ਦੇਣ ਵਾਲਾ, ਜਿੱਥੇ ਪਾਣੀ ਦਾ ਪ੍ਰਬੰਧ ਹੈ। ਇਰੀਗੇਸ਼ਨ ਜਿੱਥੇ ਸਾਡੇ ਕੋਲ ਸਿੰਚਾਈ ਦੇ ਸਾਧਨ ਮੌਜੂਦ ਹਨ ਉਸ ਥਾਂ ਤੇ ਨਾਈਟ੍ਰੋਜਨ ਦੀ ਜਿਹੜੀ ਆ ਉਹ ਡੋਜ਼ ਜਿਹੜੀ ਦੇਣੀ ਚਾਹੀਦੀ ਹੈ 100 ਤੋਂ 120 ਕਿਲੋ ਪਰ ਹੈਕਟੇਅਰ ਦੇ ਵਿੱਚ 2.47 ਏਕੜ ਹੁੰਦੇ ਹਨ। ਇਸ ਲਈ 2.47 ਏਕੜ ਦੇ ਵਿੱਚ 100 ਤੋਂ 120 ਕਿਲੋ ਨਾਈਟ੍ਰੋਜਨ, ਫਾਸਫੋਰਸ 60 ਤੋਂ 80, ਪੋਟਾਸ਼ੀਅਮ 40। ਚਾਵਲ ਦੀ ਫਸਲ ਹੈ ਜੋ ਕਿ ਇਹ ਜਿਹੜਾ ਪਹਿਲਾਂ ਦੱਸਿਆ ਗਿਆ ਹੈ ਇਹ ਅਨਾਜ ਜਾਂ ਆਪਾਂ ਇਹਨੂੰ ਕਹਿ ਦਈਏ ਕਣਕ ਦੀ ਫਸਲ ਵਾਸਤੇ ਹੈ। ਦੂਜਾ ਨੰਬਰ ਹੈ ਚਾਵਲ ਦੇ ਵਿੱਚ ਵੀ ਨਾਈਟ੍ਰੋਜਨ ਕਣਕ ਜਿੰਨਾ ਹੀ, ਫਾਸਫੋਰਸ 40 ਤੋਂ 60, ਪੋਟਾਸ਼ੀਅਮ 40। ਚਣੇ ਜਿਹਨੂੰ ਆਪਾਂ ਛੋਲੇ ਕਹਿ ਦਈਏ, ਛੋਲਿਆਂ ਦੇ ਵਿੱਚ ਛੋਲੇ ਇੱਕ ਫਲੀਦਾਰ ਫਸਲ ਹੈ, ਲੈਗਿਊਮੀਨਸ ਕ੍ਰੌਪ ਹੈ। ਇਸ ਲਈ ਇਸ ਵਿੱਚ ਆਪਾਂ ਨਾਈਟ੍ਰੋਜਨ ਦੀ ਜੋ ਡੋਜ਼ ਹੈ ਉਸ ਨੂੰ ਘੱਟ ਹੀ ਰੱਖਾਂਗੇ, ਪਰ ਫਾਸਫੋਰਸ ਤੇ ਪੋਟਾਸ਼ੀਅਮ ਆਪਾਂ ਪਾ ਸਕਦੇ ਹਾਂ। ਇਸ ਲਈ ਨਾਈਟ੍ਰੋਜਨ ਜਿਹੜੀ 20% ਆ ਜਾਂ 20 ਕਿਲੋ ਹੈ, ਫਾਸਫੋਰਸ 50 ਕਿਲੋ ਹੈ, ਪੋਟਾਸ਼ੀਅਮ 20 ਕਿਲੋ। ਸੋਇਆਬੀਨ ਵੀ ਉਸੇ ਤਰ੍ਹਾਂ ਹੀ ਫਲੀਦਾਰ ਫਸਲ ਹੈ, ਇਹਦੇ ਵਿੱਚ ਵੀ 20 ਕਿਲੋ ਨਾਈਟ੍ਰੋਜਨ, 1 ਹੈਕਟੇਅਰ ਦੇ ਵਿੱਚ 60 ਕਿਲੋ ਫਾਸਫੋਰਸ ਅਤੇ 20 ਕਿਲੋ ਪੋਟਾਸ਼ੀਅਮ। ਗੰਨਾ ਜੋ ਕਿ ਫਲੀਦਾਰ ਫਸਲ ਜਾਂ ਫਿਰ ਘਾਹ ਵਾਲੀ ਫਸਲ ਨਹੀਂ ਹੈ, ਇਸ ਦੀ ਫੈਮਿਲੀ ਹੋਰ ਹੈ। ਇਸ ਲਈ ਇਸ ਵਿੱਚ ਗੰਨਾ ਨਾਲੇ ਇੱਕ ਤਾਂ ਇਹ ਇੱਕ ਸਾਲ ਜਾਂ 1 ਸਾਲ ਤੋਂ ਵੱਧ ਵਾਲੀ ਸਮੇਂ ਵਾਲੀ ਫਸਲ ਹੈ। ਇਸ ਲਈ ਇਸ ਵਿੱਚ ਨਾਈਟ੍ਰੋਜਨ ਦੀ ਵੀ ਵੱਧ ਲੋੜ ਪੈਂਦੀ ਹੈ, ਫਾਸਫੋਰਸ ਦੀ ਵੀ ਅਤੇ ਪੋਟਾਸ਼ੀਅਮ ਦੀ। ਨਾਈਟ੍ਰੋਜਨ ਦੇਖ ਲਓ 300 kg
80 kg ਜਿਹੜੀ ਆ ਫਾਸਫੋਰਸ ਤੇ ਪੋਟਾਸ਼ੀਅਮ 60 kg ਚਾਹੀਦਾ ਗੰਨੇ ਦੇ ਵਿੱਚ। ਕਪਾਹ ਜਿਹੜੀ ਹਾਈਬ੍ਰਿਡ ਕਪਾਹ ਜਿਹੜੀ ਅੱਜ ਕੱਲ੍ਹ ਜਿਹੜੀ ਅਮਰੀਕਨ ਕੋਟਨ ਜਾਂ BT ਕੋਟਨ ਜਿਹੜੀ ਇਹ ਚੱਲੀਆਂ ਹਨ, ਇਹਨਾਂ ਦੇ ਵਿੱਚ ਕਿੰਨਾ ਚਾਹੀਦਾ ਹੈ? ਨਾਈਟ੍ਰੋਜਨ 150 ਕਿਲੋ, ਫਾਸਫੋਰਸ 75 ਕਿਲੋ, ਪੋਟਾਸ਼ੀਅਮ 40 ਕਿਲੋ। ਜਿਹੜੀ ਦੇਸੀ ਕਪਾਹ ਆ ਜਿਹਨੂੰ ਆਪਾਂ ਕਪਾਹ ਕਹਿੰਦੇ ਹਾਂ, ਜਿਹੜੀ ਹਾਈਬ੍ਰਿਡ ਕਪਾਹ ਹੁੰਦੀ ਹੈ ਉਸ ਨੂੰ ਆਪਾਂ ਨਰਮਾ ਕਹਿੰਦੇ ਹਾਂ। ਜਿਹੜੀ ਕਪਾਹ ਹੁੰਦੀ ਦੇਸੀ ਹੁੰਦੀ ਆ ਉਹਨੂੰ ਆਪਾਂ ਕਪਾਹ ਹੀ ਕਹਿੰਦੇ ਹਾਂ। ਨਾਈਟ੍ਰੋਜਨ 60 ਤੋਂ 80 kg, ਫਾਸਫੋਰਸ 30 ਤੋਂ 40, ਪੋਟਾਸ਼ੀਅਮ 20 ਤੋਂ 30 kg। ਮੱਕੀ ਦੀ ਫਸਲ ਇਹ ਵੀ ਇੱਕ ਅਨਾਜ ਵਾਲੀ ਫਸਲ ਹੈ, ਇਸ ਲਈ ਇਸ ਵਿੱਚ ਵੀ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਹੈ ਉਹ 100 ਤੋਂ 120, ਫਾਸਫੋਰਸ 60, ਪੋਟਾਸ਼ੀਅਮ 40। ਜਵਾਰ ਇਹਦੇ ਵਿੱਚ ਕਿਹਾ ਗਿਆ ਹੈ, ਜਵਾਰ ਇਹਦੇ ਵਿੱਚ ਦੂਜੀ ਫਸਲ ਨੂੰ ਕਿਹਾ ਗਿਆ ਹੈ ਜੋ ਕਿ ਆਪਾਂ ਕਹਿ ਦਿੰਦੇ ਹਾਂ ਚਰੀ। ਜਵਾਰ ਨੂੰ ਚਰੀ ਵੀ ਕਿਹਾ ਜਾਂਦਾ ਹੈ। ਉਸ ਦੇ ਵਿੱਚ ਵੀ ਮੱਕੀ ਵਾਲੀ ਹੀ ਡੋਜ਼ ਪਾਉਣੀ ਹੈ। ਮੂੰਗਫਲੀ ਵੀ ਇੱਕ ਫਲੀਦਾਰ ਫਸਲ ਹੈ, ਇਸ ਲਈ ਇਸ ਵਿੱਚ ਵੀ ਨਾਈਟ੍ਰੋਜਨ ਜਿਹੜੀ ਆ ਫਲੀਦਾਰ ਜਾਂ ਤੇਲ ਬੀਜ ਵਾਲੀ ਫਸਲ ਹੈ, ਇਸ ਵਿੱਚ ਨਾਈਟ੍ਰੋਜਨ ਦੀ ਡੋਜ਼ ਘੱਟ ਰੱਖਣੀ ਹੈ। ਨਾਈਟ੍ਰੋਜਨ 20, 60 ਤੋਂ 80 ਕਿਲੋ, ਫਾਸਫੋਰਸ, ਪੋਟਾਸ਼ੀਅਮ 20 ਕਿਲੋ। ਧੰਨਵਾਦ ਦੋਸਤੋ, ਮੈਂ ਆਸ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ।